ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਵਿੱਚ। ਤੇ ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਉਹ ਹੈ ਖਾਲਸਾ ਰਾਜ ਦੇ ਆਖਰੀ ਵਾਰਿਸ ਮਹਾਰਾਜਾ ਰਣਜੀਤ ਸਿੰਘ ਜੀ ਦੇ ਛੋਟੇ ਸੁਪੁੱਤਰ ਮਹਾਰਾਜਾ ਦਲੀਪ ਸਿੰਘ ਜੀ ਦੇ ਬਾਰੇ। ਮਹਾਰਾਜਾ ਦਲੀਪ ਸਿੰਘ ਜੀ ਦਾ ਜੀਵਨ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹਨਾਂ ਦੇ ਜੀਵਨ ਨੂੰ ਜਦੋਂ ਅਸੀਂ ਵਿਚਾਰਦੇ ਹਾਂ ਤੇ ਇੱਕ ਗੱਲ ਬੜੀ ਸਾਫ਼ ਵਿੱਚੋਂ ਝਲਕਦੀ ਹੈ ਕਿ ਕਿਵੇਂ ਉਹ ਆਪਣੀ ਧਰਤੀ ਤੋਂ, ਆਪਣੇ ਪੰਜਾਬ ਤੋਂ, ਆਪਣੇ ਦੇਸ਼ ਤੋਂ ਦੂਰ ਹੋ ਕੇ ਅੰਦਰੋਂ ਤੜਫਦੇ ਰਹੇ, ਕਿਵੇਂ ਉਹਨਾਂ ਦਾ ਸਾਰਾ ਜੀਵਨ ਬੜੇ ਸੰਘਰਸ਼ ਦੇ ਵਿੱਚ ਬਤੀਤ ਹੋਇਆ। ਆਪਣੇ ਵਤਨ ਨੂੰ ਛੱਡ ਕੇ ਉਹ ਵਲਾਇਤ ਤਾਂ ਚਲੇ ਗਏ, ਪਰ ਸਾਰੀ ਜ਼ਿੰਦਗੀ ਉਹ ਇਸੇ ਸੰਘਰਸ਼ ਵਿੱਚ ਲੱਗੇ ਰਹੇ ਵੀ ਕਿਵੇਂ ਮੈਂ ਆਪਣੇ ਵਤਨ ਵੱਲ ਵਾਪਸ ਮੁੜ ਸਕਾਂ, ਪਰ ਉਹ ਵਾਪਸ ਨਹੀਂ ਮੁੜ ਸਕੇ। ਮਹਾਰਾਜਾ ਦਲੀਪ ਸਿੰਘ ਜੀ ਦਾ ਜਨਮ 4 ਸਤੰਬਰ 1838 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਘਰ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਹੋਇਆ। ਕਿਉਂਕਿ ਮਹਾਰਾਜਾ ਦਲੀਪ ਸਿੰਘ ਜੀ ਦੇ ਜਨਮ ਤੋਂ ਥੋੜਾ ਸਮਾਂ ਬਾਅਦ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਲਾਣਾ ਕਰ ਗਏ ਤੇ ਉਸ ਸਮੇਂ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਉਮਰ ਸੀ ਉਹ ਕੇਵਲ 9 ਮਹੀਨੇ ਤੇ 24 ਦਿਨ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਨੂੰ ਗੱਦੀ ਤੇ ਬਿਠਾਇਆ ਗਿਆ, ਉਹਨਾਂ ਦਾ ਵੀ ਕਤਲ ਹੋ ਗਿਆ। ਫਿਰ ਕੰਵਰ ਨੌ ਨਿਹਾਲ ਸਿੰਘ, ਫਿਰ ਸ਼ੇਰ ਸਿੰਘ ਜੀ ਦੇ ਕਤਲ ਹੋ ਜਾਣ ਤੋਂ ਪਿੱਛੋਂ ਮਹਾਰਾਜਾ ਦਲੀਪ ਸਿੰਘ ਜੀ ਨੂੰ 18 ਸਤੰਬਰ 1843 ਨੂੰ ਰਾਜ ਦਾ ਵਾਰਿਸ ਬਣਾਇਆ ਗਿਆ। ਉਸ ਵੇਲੇ ਦਲੀਪ ਸਿੰਘ ਦੀ ਉਮਰ 5 ਸਾਲ ਤੇ 11 ਦਿਨ ਸੀ। ਦਲੀਪ ਸਿੰਘ 5 ਸਾਲ 11 ਦਿਨ ਦਾ ਹੀ ਸੀ ਜਦੋਂ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਹੋਣ ਉੱਤੇ ਸਿੱਖਾਂ ਦਾ ਬਾਦਸ਼ਾਹ ਬਣਿਆ। ਉਸ ਸਮੇਂ ਤੋਂ ਉਸ ਦੀ ਉੱਚੀ ਸਿੱਖਿਆ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ। 2 ਵਿਦਵਾਨ ਗ੍ਰੰਥੀ ਉਸ ਨੂੰ ਪੰਜਾਬੀ ਤੇ ਧਾਰਮਿਕ ਵਿੱਦਿਆ ਦੇਣ ਵਾਸਤੇ ਨਿਯੁਕਤ ਕੀਤੇ ਗਏ। ਹਰ ਰੋਜ਼ ਦੋਵੇਂ ਵੇਲੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦਾ, ਨੇਮ ਨਾਲ ਉਸ ਨੂੰ ਸ਼ਬਦ ਦੀ ਕਥਾ ਸਮਝਾਈ ਜਾਂਦੀ। ਅੰਮ੍ਰਿਤ ਵੇਲੇ ਉਹ ਗੁਰੂ ਕੀਰਤਨ ਸੁਣਦਾ ਤੇ ਸੰਧਿਆ ਨੂੰ ਰਹਿਰਾਸ ਸਾਹਿਬ ਦੇ ਪਾਠ ਵਿੱਚ ਬੜੀ ਸ਼ਰਧਾ ਨਾਲ ਬੈਠਦਾ। ਪੁਰਾਤਨ ਸਿੱਖਾਂ ਤੇ ਗੁਰੂਆਂ ਦੇ ਕਾਰਨਾਮੇ ਉਹ ਬੜੇ ਚਾਅ ਨਾਲ ਸੁਣਦਾ ਹੁੰਦਾ ਸੀ। ਇੱਕ ਉਸਤਾਦ ਮੌਲਵੀ ਉਸ ਨੂੰ ਫਾਰਸੀ ਪੜ੍ਹਾਇਆ ਕਰਦਾ ਸੀ। ਉਸ ਦੀ ਹਰ ਤਰ੍ਹਾਂ ਦੀ ਸਿੱਖਿਆ ਮਹਾਰਾਣੀ ਜਿੰਦ ਕੌਰ ਦੇ ਪ੍ਰਬੰਧ ਹੇਠ ਹੋ ਰਹੀ ਸੀ। ਇਸ ਵਾਸਤੇ ਉਹ ਉਹਨੂੰ ਹਰ ਤਰ੍ਹਾਂ ਚੰਗਾ ਤੇ ਯੋਗ ਮਹਾਰਾਜਾ ਬਣਾਉਣ ਦਾ ਯਤਨ ਕਰਦੀ ਸੀ। ਮਹਾਰਾਜੇ ਦੀ ਉਮਰ ਦੇ 60 ਸਿੱਖ ਲੜਕੇ ਉਸ ਦੀ ਖੇਡ ਦੇ ਸਾਥੀ ਸਨ। ਉਹ ਫੌਜੀ ਵਰਦੀ ਵਿੱਚ ਜੰਗੀ ਖੇਡਾਂ ਤੇ ਕਵਾਇਦ ਕਰਦੇ ਤੇ ਮਹਾਰਾਜਾ ਉਹਨਾਂ ਦਾ ਸੈਨਾਪਤੀ ਹੁੰਦਾ। ਲੜਕਿਆਂ ਤੋਂ ਫੋਕੀਆਂ ਲੜਾਈਆਂ ਕਰਾ ਕੇ ਮਹਾਰਾਜੇ ਨੂੰ ਯੁੱਧ ਵਿੱਦਿਆ ਸਿਖਾਈ ਜਾਂਦੀ। ਬੰਦੂਕ ਦਾ ਨਿਸ਼ਾਨਾ, ਤਲਵਾਰ ਚਲਾਉਣੀ, ਘੋੜੇ ਦੀ ਅਸਵਾਰੀ ਉਸ ਨੂੰ ਨਿੱਤ ਸਿਖਾਈ ਜਾਂਦੀ ਸੀ। 20 ਦਰਬਾਰੀ ਡਾਕਟਰ ਮਹਾਰਾਜੇ ਦੀ ਅਰੋਗਤਾ ਦੀ ਸੰਭਾਲ ਵਾਸਤੇ ਨਿਯੁਕਤ ਕੀਤੇ ਹੋਏ ਸਨ ਤੇ ਉਹਦੇ ਸਰੀਰ ਦੀ ਰਾਖੀ ਵਾਸਤੇ 200 ਘੋੜਸਵਾਰ ਤੇ 2 ਕੰਪਨੀਆਂ ਪੈਦਲ ਤੇ 1 ਤੋਪ ਹੁੰਦੀ ਸੀ। ਜਦੋਂ ਹਾਥੀ ਤੇ ਚੜ੍ਹ ਕੇ ਸੈਰ ਵਾਸਤੇ ਜਾਂਦਾ ਹੁੰਦਾ ਸੀ ਤੇ ਗਰੀਬਾਂ ਦੀ ਭੀੜ ਵਿੱਚ ਰੁਪਏ ਸੁੱਟਿਆ ਕਰਦਾ ਸੀ। ਹਰ ਮਹੀਨੇ ਨੂੰ ਮਹਾਰਾਜੇ ਦਾ ਭਾਰ ਕਰਕੇ ਕਦੇ ਅਨਾਜ, ਕਦੇ ਤੇਲ, ਕਦੇ ਘਿਓ, ਕਦੇ ਧਾਤ ਦਾਨ ਕੀਤਾ ਜਾਂਦਾ ਸੀ। ਦੁਸ਼ਹਿਰੇ ਨੂੰ ਵੱਡੇ ਖੁੱਲ੍ਹੇ ਦਰਬਾਰ ਵਿੱਚ ਸਰਦਾਰਾਂ ਤੇ ਜਾਂਗੀਰਦਾਰਾਂ ਕੋਲੋਂ ਨਜ਼ਰਾਨੇ ਲਏ ਜਾਂਦੇ ਸਨ ਤੇ ਯੋਗ ਅਧਿਕਾਰੀਆਂ ਨੂੰ ਇਨਾਮ ਵੀ ਦਿੱਤੇ ਜਾਂਦੇ ਸਨ। ਪਰ ਮਹਾਰਾਜਾ ਦਲੀਪ ਸਿੰਘ ਦਾ ਜਿਹੜਾ ਅਗਲਾ ਜੀਵਨ ਸੀ ਉਹ ਕੋਈ ਸੁਖਾਲਾ ਨਹੀਂ ਸੀ ਹੋਣ ਵਾਲਾ। ਅੱਗੇ ਤੇ ਸੰਘਰਸ਼ ਦੀ, ਕਠਿਨਾਈਆਂ ਦੀ ਸ਼ੁਰੂਆਤ ਹੋਣ ਵਾਲੀ ਸੀ। ਮਹਾਰਾਜਾ ਦਲੀਪ ਸਿੰਘ ਦੀ 9 ਸਾਲ ਤੱਕ ਦੀ ਜਿਹੜੀ ਉਮਰ ਸੀ ਉਹ ਬੜੇ ਸੋਹਣੇ ਢੰਗ ਦੇ ਨਾਲ ਮਹਾਰਾਣੀ ਜਿੰਦ ਕੌਰ ਦੀ ਨਿਗਰਾਨੀ ਦੇ ਵਿੱਚ ਬਤੀਤ ਹੋਈ। ਪਰ ਜਦੋਂ 9 ਸਾਲ ਦੇ ਹੋਏ ਤੇ ਉਹਨਾਂ ਦੀ ਮਾਤਾ ਜਿੰਦ ਕੌਰ ਜੀ ਨੂੰ ਸ਼ੇਖੂਪੁਰੇ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ। ਬਸ ਇਸ ਦਿਨ ਤੋਂ ਮਹਾਰਾਜਾ ਦਲੀਪ ਸਿੰਘ ਜੀ ਦਾ ਆਪਣੀ ਮਾਂ ਨਾਲ ਇਸ ਤਰ੍ਹਾਂ ਦਾ ਵਿਛੋੜਾ ਪਿਆ, ਔਰ ਜੋ ਫਿਰ ਕਦੇ ਜਾ ਕੇ ਕਲਕੱਤੇ ਦੇ ਵਿੱਚ ਉਹਨਾਂ ਦਾ ਆਪਣੀ ਮਾਤਾ ਨਾਲ ਕਈ ਸਾਲਾਂ ਦੇ ਬਾਅਦ ਜਾ ਕੇ ਮਿਲਾਪ ਹੋਇਆ। 21 ਮਾਰਚ 1849 ਨੂੰ ਜਦ ਮਹਾਰਾਜੇ ਦੇ
ਪਾਬੰਦੀਆਂ ਲਾ ਦਿੱਤੀਆਂ ਗਈਆਂ ਤੇ ਉਸ ਵੇਲੇ ਉਹਨਾਂ ਦੀ ਉਮਰ 10 ਸਾਲ ਤੇ 6 ਮਹੀਨੇ 29 ਦਿਨ ਸੀ, ਕਿਉਂਕਿ ਡਾਕਟਰ ਲਾਗਨ ਜਿਹੜਾ ਉਹਨਾਂ ਦੇ ਉੱਤੇ ਨਿਯੁਕਤ ਕਰ ਦਿੱਤਾ ਗਿਆ, ਅੰਗਰੇਜ਼ਾਂ ਨੇ ਹੌਲੀ ਹੌਲੀ ਸਾਰਾ ਰਾਜ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਨੂੰ ਕਹਿੰਦੇ ਨੇ ਬਾਂਹ ਫੜੀ ਦੀ ਲਾਜ। ਵੇਖੋ, ਦਲੀਪ ਸਿੰਘ ਦੇ ਰਾਜ ਦੀ ਕਿਹੀ ਚੰਗੀ ਰੱਖਿਆ ਡਲਹੌਜੀ ਨੇ ਕੀਤੀ। ਮਿਸਟਰ ਲੁਡਲੋ ਨੇ ਬੜੇ ਸੋਹਣੇ ਸ਼ਬਦਾਂ ਵਿੱਚ ਉਸ ਨੂੰ ਬਿਆਨ ਕੀਤਾ ਹੈ ਕਿ ਦਲੀਪ ਸਿੰਘ ਇੱਕ ਬੱਚਾ ਸੀ, ਉਸ ਦੀ ਬਾਲਕ ਅਵਸਥਾ 1854 ਵਿੱਚ ਪੂਰੀ ਹੋਣੀ ਸੀ। ਅਸੀਂ ਅੰਗਰੇਜ਼ ਉਸ ਦੇ ਰੱਖਿਅਕ ਬਣ ਕੇ ਆਏ ਸੀ, ਪਰ ਜਦੋਂ ਅਸੀਂ ਆਖਰੀ ਵਾਰ ਉਹਦੇ ਮੁਲਕ ਵਿੱਚ ਦਾਖਲ ਹੋਏ, ਅਸਾਂ ਐਲਾਨ ਕੀਤਾ ਕਿ ਅਸੀਂ ਬਾਗੀਆਂ ਨੂੰ ਸਜ਼ਾ ਦੇਣ ਵਾਸਤੇ ਤੇ ਸਿੱਖ ਦਰਬਾਰ ਭਾਵ ਕਿ ਮਹਾਰਾਜਾ ਦਲੀਪ ਸਿੰਘ ਦੀ ਸਰਕਾਰ ਦੇ ਵਿਰੋਧੀਆਂ ਨੂੰ ਦਬਾਉਣ ਵਾਸਤੇ ਦਾਖਲ ਹੋਏ ਹਾਂ। ਪਰ ਅਸਾਂ ਇਸ ਇਕਰਾਰ ਨੂੰ ਇਸ ਤਰ੍ਹਾਂ ਪੂਰਾ ਕੀਤਾ, ਉਸ ਦੇ ਸਾਰੇ ਮੁਲਕ ਨੂੰ 6 ਮਹੀਨੇ ਵਿੱਚ ਅੰਗਰੇਜ਼ੀ ਰਾਜ ਵਿੱਚ ਮਿਲਾ ਲਿਆ ਗਿਆ। 29 ਮਾਰਚ 1849 ਨੂੰ ਪੰਜਾਬ ਦੇ ਰਾਜ ਦੇ ਖਤਮ ਹੋਣ ਦਾ ਐਲਾਨ ਕਰ ਦਿੱਤਾ ਤੇ ਆਪਣੇ ਰੱਖਿਆ ਅਧੀਨ ਬਾਲਕ ਨੂੰ ਪੈਨਸ਼ਨ ਦੇ ਕੇ ਉਸ ਦੀ ਸਾਰੀ ਜਾਇਦਾਦ ਖੋਹ ਲਈ ਗਈ। ਜਗਤ ਪ੍ਰਸਿੱਧ ਕੋਹਿਨੂਰ ਹੀਰਾ ਮਲਕਾ ਦੀ ਭੇਟਾ ਵਾਸਤੇ ਲੈ ਲਿਆ ਤੇ ਦੂਜੇ ਸ਼ਬਦਾਂ ਵਿੱਚ ਅਸੀਂ ਆਪਣੀ ਰੱਖਿਆ ਅਧੀਨ ਦੀ ਰੱਖਿਆ ਇਸ ਤਰ੍ਹਾਂ ਕੀਤੀ ਕਿ ਉਸ ਦਾ ਸਾਰਾ ਮੁਲਕ ਉਸ ਤੋਂ ਖੋਹ ਲਿਆ ਗਿਆ। ਇਹਨਾਂ ਸ਼ਬਦਾਂ ਤੋਂ ਜਿਹੜਾ ਮੇਨ ਭਾਵ ਹੈ ਇਹਨਾਂ ਸ਼ਬਦਾਂ ਦਾ, ਜੋ ਲੁਡਲੋ ਨੇ ਕਹੇ ਸਨ ਕਿ ਅਸੀਂ ਉੱਤੋਂ ਤੇ ਵਿਖਾ ਰਹੇ ਸੀ ਕਿ ਅਸੀਂ ਮਹਾਰਾਜਾ ਦਲੀਪ ਸਿੰਘ ਦੀ ਰੱਖਿਆ ਵਾਸਤੇ ਜਾਂ ਜਿਹੜੇ ਉਹਨਾਂ ਦੇ ਰਾਜ ਦੇ ਵਿਰੋਧੀ ਨੇ ਉਹਨਾਂ ਨੂੰ ਦਬਾਉਣ ਵਾਸਤੇ ਦਾਖਲ ਹੋਏ ਹਾਂ, ਪਰ ਅੰਦਰੋਂ ਅੰਦਰ ਹੀ ਅਸੀਂ ਕਿਵੇਂ ਮਹਾਰਾਜਾ ਦਲੀਪ ਸਿੰਘ ਨੂੰ ਤਖਤ ਤੋਂ ਉਤਾਰ ਕੇ ਉਹਨਾਂ ਤੇ ਪਾਬੰਦੀਆਂ ਲਾਤੀਆਂ, ਉਹਨਾਂ ਨੂੰ ਪੈਨਸ਼ਨ ਦੇ ਕੇ ਛੱਡ ਦਿੱਤਾ ਗਿਆ, ਉਹਨਾਂ ਨੂੰ ਪੈਨਸ਼ਨ ਜਾਇਦਾਦ ਖੋ ਕੇ ਪੈਨਸ਼ਨ ਲਾ ਦਿੱਤੀ ਗਈ ਤੇ ਕਿਵੇਂ ਉਹਨਾਂ ਦਾ ਹੌਲੀ ਹੌਲੀ ਕਰਕੇ ਸਾਰਾ ਰਾਜ ਖੋਲਿਆ ਗਿਆ। ਹੁਣ ਜਦੋਂ ਅਸੀਂ ਮਹਾਰਾਜਾ ਦਲੀਪ ਸਿੰਘ ਨੂੰ ਰਾਜ ਤਖਤ ਤੋਂ ਉਤਾਰਨ ਤੋਂ ਬਾਅਦ ਅੰਗਰੇਜ਼ਾਂ ਵੱਲੋਂ ਲਾਈ ਗਈ ਪੈਨਸ਼ਨ ਦੀ ਗੱਲ ਕਰਦੇ ਹਾਂ ਤੇ ਮਹਾਰਾਜਾ ਦਲੀਪ ਸਿੰਘ ਦਾ ਰਾਜ ਭਾਗ ਖੋ ਕੇ ਉਸ ਨੂੰ ਘੱਟ ਤੋਂ ਘੱਟ 4 ਲੱਖ ਤੇ ਵੱਧ ਤੋਂ ਵੱਧ 5 ਲੱਖ ਰੁਪਏ ਸਾਲਾਨਾ ਪੈਨਸ਼ਨ ਤੇ ਉਹ ਵੀ ਉਸ ਦੀ ਜ਼ਿੰਦਗੀ ਤੱਕ ਦੇਣੀ ਕੀਤੀ ਗਈ। ਇਸ ਦੀ ਵੰਡ ਡਲਹੌਜੀ ਨੇ ਇਸ ਤਰ੍ਹਾਂ ਕੀਤੀ ਕਿ 1849 ਤੋਂ ਮਹਾਰਾਜੇ ਦੀ ਜਾਤ ਵਾਸਤੇ 1,20,000 ਰੁਪਏ ਸਾਲਾਨਾ ਤੇ ਬਾਕੀ ਰਿਸ਼ਤੇਦਾਰ ਅਤੇ ਨੌਕਰਾਂ ਵਾਸਤੇ 1,80,000 ਰੁਪਏ ਸਾਲਾਨਾ, ਜੋ 1859 ਵਿੱਚ 1,50,000 ਰੁਪਏ ਰਹਿ ਗਏ। ਜੋ ਮਰਦੇ ਗਏ ਉਹਨਾਂ ਦੀ ਪੈਨਸ਼ਨ ਵੀ ਜ਼ਬਤ ਹੁੰਦੀ ਗਈ। 31 ਮਾਰਚ 1849 ਨੂੰ ਮਹਾਰਾਜਾ ਦਲੀਪ ਸਿੰਘ ਦੇ ਸਾਰੇ ਨੌਕਰ ਪੈਨਸ਼ਨ ਦੇ ਕੇ ਹਟਾ ਦਿੱਤੇ ਗਏ। 40 ਸਾਲ ਤੋਂ ਉੱਪਰ ਨੌਕਰੀ ਵਾਲੇ ਨੂੰ ਤਨਖਾਹ ਦਾ ਅੱਧ ਤੇ 35 ਸਾਲ ਦੇ ਨੌਕਰੀ ਵਾਲੇ ਨੂੰ ਤਨਖਾਹ ਦਾ ਤੀਜਾ ਹਿੱਸਾ, 25 ਸਾਲ ਵਾਲੇ ਨੂੰ ਚੌਥਾ ਹਿੱਸਾ ਤੇ 20 ਸਾਲ ਵਾਲੇ ਨੂੰ 5ਵਾਂ ਹਿੱਸਾ ਪੈਨਸ਼ਨ ਮਿਲੀ। ਇਹ ਪੈਨਸ਼ਨ ਉਹਨਾਂ ਨੂੰ ਮਿਲੀ ਜਿਨ੍ਹਾਂ ਕੋਲ ਜੰਗੀਰ ਜਾਂ ਮਾਫੀ ਕੋਈ ਨਹੀਂ ਸੀ। 10 ਸਾਲਾ ਨੌਕਰੀ ਵਾਲੇ ਨੂੰ ਇੱਕੋ ਵਾਰ 6 ਮਹੀਨੇ ਦੀ ਤਨਖਾਹ ਤੇ 5 ਸਾਲਾਂ ਨੂੰ 4 ਮਹੀਨੇ ਦੀ ਤਨਖਾਹ ਤੇ 1 ਸਾਲਾਂ ਨੂੰ 1 ਮਹੀਨੇ ਦੀ ਤਨਖਾਹ ਦੇ ਕੇ ਹਟਾ ਦਿੱਤਾ ਗਿਆ। ਡਾਕਟਰ ਲਾਗਨ ਜਲੰਧਰ ਤੋਂ ਬੁਲਾ ਕੇ ਮਹਾਰਾਜਾ ਦਲੀਪ ਸਿੰਘ ਦਾ ਰੱਖਿਆ ਭਾਵ ਕਿ ਗਵਰਨਰ ਬਣਾਇਆ ਗਿਆ, ਜਾਂ ਇਉਂ ਸਮਝੋ ਕਿ ਦਲੀਪ ਸਿੰਘ ਨੂੰ ਡਾਕਟਰ ਲਾਗਨ ਦੀ ਕੈਦ ਵਿੱਚ ਪਾ ਦਿੱਤਾ ਗਿਆ। 6 ਅਪ੍ਰੈਲ 1849 ਨੂੰ ਲਾਗਨ ਨੇ ਆਪਣਾ ਅਹੁਦਾ ਸੰਭਾਲਿਆ ਤੇ ਉਸ ਦੀ ਤਨਖਾਹ 1200 ਰੁਪਇਆ ਮਹੀਨਾ ਨਿਯਤ ਕੀਤੀ ਗਈ। ਲਾਗਨ ਨੇ ਆਉਂਦਿਆਂ ਹੀ ਪਹਿਲਾਂ ਮਹਾਰਾਜੇ ਦੇ ਤੋਸ਼ੇਖਾਨੇ ਦੀ ਪੜਤਾਲ ਸ਼ੁਰੂ ਕੀਤੀ। ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨਾ ਖਾਸ ਕਰ ਜਵਾਹਰਾਤ ਘਰ ਦੁਨੀਆ ਵਿੱਚ ਪ੍ਰਸਿੱਧ ਸੀ। ਉਸ ਵਿੱਚ ਅਨੇਕਾਂ ਕਿਸਮ ਦੇ ਹੀਰੇ ਜਵਾਹਰਾਤ, ਨੀਲਮ, ਪੁਖਰਾਜ ਤੇ ਹੀਰਿਆਂ ਜੜੀਆਂ ਤਲਵਾਰਾਂ, ਜੜਾਊ ਗਹਿਣੇ, ਸੋਨੇ ਚਾਂਦੀ ਦੇ ਬਰਤਨ, ਹਾਥੀਆਂ ਦੇ ਸੁਨਹਿਰੀ ਹੌਦੇ, ਕਾਠੀਆਂ, ਕਸ਼ਮੀਰੀ ਦੁਸ਼ਾਲੇ, ਜਰੀ ਦੀਆਂ ਪੁਸ਼ਾਕਾਂ ਤੇ ਹੋਰ ਕਈ ਕੀਮਤੀ ਚੀਜ਼ਾਂ ਸਨ। ਇਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਬਾਜ਼ਾਰ ਵਿੱਚ ਨਿਲਾਮ ਕੀਤੀਆਂ ਗਈਆਂ। ਬਹੁਤ ਸਾਰੇ ਚੰਗੇ ਜਵਾਹਰਾਤ, ਕੋਹਿਨੂਰ ਵਰਗੇ ਹੀਰੇ ਨਾਲ ਵਿਲਾਇਤ ਭੇਜ ਦਿੱਤੇ ਗਏ ਤੇ ਬਾਕੀਆਂ ਵਿੱਚੋਂ ਬਹੁਤ ਸਾਰੇ ਵੇਚੇ ਗਏ, ਜਿਨ੍ਹਾਂ ਦੇ ਮੁੱਲ ਵਜੋਂ 15 ਲੱਖ ਰੁਪਇਆ ਵਸੂਲ ਹੋਇਆ, ਜੋ ਮਹਾਰਾਜਾ ਦਲੀਪ ਸਿੰਘ ਜੀ ਦੀ ਮਾਲਕੀ ਸੀ। ਜੇ ਅਸੀਂ ਕੋਹਿਨੂਰ ਹੀਰੇ ਨੂੰ ਲਾਹੌਰ ਤੋਂ ਵਿਲਾਇਤ ਭਾਵ ਕਿ ਇੰਗਲੈਂਡ ਤੱਕ ਜਾਣ ਦੀ ਗੱਲ ਕਰਦੇ ਹਾਂ ਤੇ ਕੋਹਿਨੂਰ ਲਾਹੌਰ ਤੋਂ ਬੰਬਈ ਤੱਕ ਡਲਹੌਜੀ ਆਪ ਲੈ ਕੇ ਗਿਆ। ਇੱਕ
ਚੰਮ ਦੀ ਪੇਟੀ ਵਿੱਚ ਹੀਰਾ ਸਿਉਂ ਕੇ ਡਲਹੌਜੀ ਦੇ ਲੱਕ ਨਾਲ ਬੱਧੀ ਹੋਈ ਸੀ ਤੇ ਉਸ ਨਾਲ ਬੱਧੀ ਇੱਕ ਜੰਜੀਰੀ ਉਸਨੇ ਗਲ ਵਿੱਚ ਪਾਈ ਹੋਈ ਸੀ। ਰਾਤ ਦਿਨ ਉਹ ਇਸੇ ਤਰ੍ਹਾਂ ਗਿਆ। ਬੰਬਈ ਤੋਂ ਅੱਗੇ ਕਪਤਾਨ ਰੈਮਜ਼ੇ ਦੀ ਸੰਭਾਲ ਵਿੱਚ ਕੋਹਿਨੂਰ ਨੂੰ 6 ਅਪ੍ਰੈਲ 1850 ਨੂੰ ਵਲਾਇਤ ਨੂੰ ਜਹਾਜ਼ ਵਿੱਚ, ਸਮੁੰਦਰੀ ਜਹਾਜ਼ ਵਿੱਚ ਜੋ ਹੈ ਉਹ ਰਵਾਨਾ ਕਰ ਦਿੱਤਾ ਗਿਆ। ਇੱਥੋਂ ਇਹ ਗੱਲ ਸਾਫ਼ ਪ੍ਰਗਟ ਹੁੰਦੀ ਹੈ ਕਿ ਕੋਹਿਨੂਰ ਕਿੰਨਾ ਜ਼ਿਆਦਾ ਕੀਮਤੀ ਸੀ ਔਰ ਕਿਵੇਂ ਖਾਲਸਾ ਰਾਜ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਉਣ ਤੋਂ ਬਾਅਦ ਕੋਹਿਨੂਰ ਨੂੰ ਲਾਹੌਰ ਤੋਂ ਇੰਗਲੈਂਡ ਤੱਕ ਪਹੁੰਚਾਇਆ ਗਿਆ। ਜੇ ਅਸੀਂ ਮਹਾਰਾਜਾ ਦਲੀਪ ਸਿੰਘ ਜੀ ਦੀ ਵਿੱਦਿਆ ਦੀ ਗੱਲ ਕਰਦੇ ਹਾਂ ਤੇ ਮਹਾਰਾਜੇ ਦੀ ਵਿੱਦਿਆ ਬਾਰੇ ਲਾਗਨ ਫਾਰਸੀ ਤੇ ਅੰਗਰੇਜ਼ੀ ਦਾ ਹੀ ਜ਼ਿਕਰ ਕਰਦਾ ਹੈ। ਪੰਜਾਬੀ ਭਾਵ ਕਿ ਗੁਰਮੁਖੀ ਉਸ ਦੇ ਆਉਂਦਿਆਂ ਹੀ ਬੰਦ ਕਰ ਦਿੱਤੀ ਗਈ। ਅੰਗਰੇਜ਼ੀ ਪੜ੍ਹਾਉਣ ਵਾਸਤੇ ਇੱਕ ਹੋਰ ਉਸਤਾਦ ਬਾਰਲੋ ਰੱਖ ਲਿਆ ਗਿਆ। ਲਾਗਨ ਆਪ ਹਰ ਵੇਲੇ ਮਹਾਰਾਜੇ ਨਾਲ ਰਹਿੰਦਾ ਸੀ ਤੇ ਉਸ ਨੂੰ ਲਾਹੌਰੋਂ ਬਾਹਰ ਲੈ ਜਾਣ ਵਾਸਤੇ ਵਰਗਲਾਉਂਦਾ ਰਹਿੰਦਾ ਸੀ। ਖਾਸ ਕਰ ਵਲਾਇਤ ਦੀਆਂ ਗੱਲਾਂ ਇਸੇ ਢੰਗ ਨਾਲ ਸੁਣਾਈਆਂ ਜਾਂਦੀਆਂ ਸਨ ਜਿਸ ਨਾਲ ਉਹਦੇ ਦਿਲ ਤੇ ਚੰਗਾ ਅਸਰ ਪਵੇ ਤੇ ਵੇਖਣ ਦਾ ਚਾਅ ਪੈਦਾ ਹੋਵੇ। ਲਾਗਣ ਤਾਂ ਲਾਹੌਰ ਆਉਣ ਤੋਂ ਪਹਿਲਾਂ ਹੀ ਇਰਾਦਾ ਰੱਖਦਾ ਸੀ ਕਿ 2 ਅਪ੍ਰੈਲ ਨੂੰ ਉਹ ਲਿਖਦਾ ਹੈ, ਹੋ ਸਕਦਾ ਹੈ ਕਿ ਮਹਾਰਾਜਾ ਪੰਜਾਬ ਵਿੱਚੋਂ ਬਾਹਰ ਲੈ ਜਾਇਆ ਜਾਵੇ, ਮੇਰੀ ਚਾਹ ਹੈ ਵਲਾਇਤ ਲੈ ਜਾਇਆ ਜਾਵੇ। ਸਾਰਿਆਂ ਨਾਲੋਂ ਉਚੇਚਾ ਕੰਮ ਸੀ ਕਿ ਮਹਾਰਾਜੇ ਦੇ ਦਿਲ ਵਿੱਚੋਂ ਆਪਣਿਆਂ ਦਾ ਪਿਆਰ ਕੱਢਣ ਦਾ। ਸਿਆਣਿਆਂ ਦਾ ਕਥਨ ਹੈ, ਸਿੱਖਿਆ ਪੱਥਰ ਪਾੜ ਦਿੰਦੀ ਹੈ। ਬਾਲਕ ਦਲੀਪ ਸਿੰਘ ਦੇ ਕੰਨਾਂ ਵਿੱਚ ਸਦਾ ਇੱਕ ਕਹਾਣੀ ਸੁਣਾਈ ਜਾਂਦੀ ਸੀ ਕਿ ਤੇਰਾ ਜੋ ਕੁਝ ਵਿਗਾੜਿਆ ਸਿੱਖਾਂ ਨੇ ਵਿਗਾੜਿਆ। ਉਹਨਾਂ ਜਾਣ-ਬੁੱਝ ਕੇ ਦੂਜੀ ਲੜਾਈ ਛੇੜੀ ਤੇ ਤੈਨੂੰ ਇੱਥੋਂ ਤੱਕ ਪਹੁੰਚਾਇਆ। ਤੇਰਾ ਜੋ ਕੁਝ ਵੀ ਨਸ਼ਟ ਕੀਤਾ ਤੇਰੇ ਆਪਣਿਆਂ ਨੇ ਕੀਤਾ ਤੇ ਅੰਗਰੇਜ਼ਾਂ ਫਿਰ ਵੀ ਤੇਰੇ ਤੇ ਤਰਸ ਖਾ ਕੇ ਤੈਨੂੰ ਪੈਨਸ਼ਨ ਦੇ ਦਿੱਤੀ ਆ। ਮੁੱਕਦੀ ਗੱਲ ਕਿ ਉਸ ਦੇ ਦਿਲ ਵਿੱਚ ਇਹ ਗੱਲ ਬਿਠਾ ਦਿੱਤੀ ਗਈ ਕਿ ਉਸ ਦੇ ਆਪਣੇ ਹੀ ਉਸ ਦੀ ਜਾਨ ਦੇ ਵੈਰੀ ਹਨ ਔਰ ਅੰਗਰੇਜ਼ ਸਭ ਤੋਂ ਵੱਡੇ ਉਹਦੇ ਹਮਦਰਦ ਹਨ। ਸੋ ਜਾਦੂ ਜੋ ਸਿਰ ਚੜ੍ਹ ਕੇ ਬੋਲੇ, ਇਹ ਗੱਲ ਲਾਗਣ ਦੀ ਸਿੱਖਿਆ ਨੇ ਸੱਚ ਕਰ ਦਿਖਾਈ। 29 ਅਪ੍ਰੈਲ 1849 ਦੀ ਚਿੱਠੀ ਵਿੱਚੋਂ ਲਿਖਦਾ ਹੈ ਕਿ ਦਲੀਪ ਸਿੰਘ ਨੇ ਬੜੇ ਦੁੱਖ ਨਾਲ ਮੈਨੂੰ ਦੱਸਿਆ। ਲਾਗਣ ਲਿਖਦਾ ਹੈ ਕਿ ਉਸ ਨੂੰ ਆਪਣਿਆਂ ਦੇ ਉੱਤੇ ਭਰੋਸਾ ਨਹੀਂ ਰਿਹਾ। ਮੇਰੇ ਨਾਲ ਹੋਏ ਬਿਨਾਂ ਉਹ ਬਾਹਰ ਸੈਰ ਵਾਸਤੇ ਵੀ ਨਹੀਂ ਜਾਂਦਾ। ਲਾਗਣ ਲਿਖਦਾ ਕਿ ਉਹਦੇ ਅੰਦਰ ਭਾਵ ਕਿ ਦਲੀਪ ਸਿੰਘ ਜੀ ਦੇ ਅੰਦਰ ਅਸਾਂ ਇਹ ਗੱਲ ਬਿਠਾ ਦਿੱਤੀ ਹੈ ਕਿ ਤੇਰੇ ਆਪਣੇ ਹੀ ਤੇਰੇ ਦੁਸ਼ਮਣ ਨੇ, ਅਸੀਂ ਤੇਰੇ ਸਭ ਤੋਂ ਵੱਡੇ ਜਿਹੜੇ ਆ ਸੱਜਣ ਹਾਂ। ਪਿੱਛੇ ਅਸੀਂ ਤੁਹਾਨੂੰ ਦੱਸ ਕੇ ਹਟੇ ਹਾਂ ਕਿ ਮਹਾਰਾਜੇ ਦੀ ਗੁਰਮੁਖੀ ਭਾਵ ਕਿ ਪੰਜਾਬੀ ਧਾਰਮਿਕ ਵਿੱਦਿਆ ਵੀ ਬੰਦ ਕਰ ਦਿੱਤੀ ਗਈ। ਜਿੱਥੇ ਉਹ ਅੱਗੇ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦਾ ਹੁੰਦਾ ਸੀ, ਕੀਰਤਨ ਸੁਣਦਾ ਹੁੰਦਾ ਸੀ, ਸ਼ਬਦ ਦੀ ਕਥਾ ਤੇ ਗੁਰ ਇਤਿਹਾਸ ਸੁਣਦਾ ਹੁੰਦਾ ਸੀ, ਹੁਣ ਉਹ ਉਸ ਦੀ ਥਾਂ ਤੇ ਈਸਾਈ ਮਤ ਦੀਆਂ ਕਹਾਣੀਆਂ ਤੇ ਅੰਜੀਲ ਦੀਆਂ ਆਇਤਾਂ ਦੇ ਲੈ ਲਈ। ਲਾਗਣ ਮਹਾਰਾਜੇ ਨੂੰ ਅੰਗਰੇਜ਼ੀ ਲਿਖਣੀ ਸਿਖਾਉਂਦਾ ਹੈ ਤੇ ਇਸ ਤਰੀਕੇ ਨਾਲ ਹੌਲੀ ਹੌਲੀ ਮਹਾਰਾਜੇ ਦਲੀਪ ਸਿੰਘ ਦੇ ਬ੍ਰੇਨ ਨੂੰ ਜਿਹੜਾ ਉਹ ਵਾਸ਼ ਕੀਤਾ ਜਾਂਦਾ ਰਿਹਾ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਮਹਾਰਾਜੇ ਦਲੀਪ ਸਿੰਘ ਨੂੰ ਦੇਸ਼ ਨਿਕਾਲਾ ਦਿੱਤਾ ਗਿਆ, ਭਾਵ ਕਿ ਜਦੋਂ ਉਹਨੂੰ ਉਹਦੀ ਧਰਤੀ ਮਾਂ ਨਾਲੋਂ, ਉਹਦੇ ਦੇਸ਼ ਨਾਲੋਂ ਦੂਰ ਕਰਨ ਦੀਆਂ ਤਿਆਰੀਆਂ ਸ਼ੁਰੂ ਹੋਈਆਂ। ਦੇਖੋ, ਪਹਿਲਾਂ ਉਹਨੂੰ ਉਹਦੀ ਜਨਨੀ ਮਾਂ ਨਾਲੋਂ ਭਾਵ ਕਿ ਮਹਾਰਾਣੀ ਜਿੰਦ ਕੌਰ ਨਾਲੋਂ ਦੂਰ ਕੀਤਾ ਗਿਆ। ਫਿਰ ਉਸ ਨੂੰ ਉਹਦੀ ਧਰਤੀ ਮਾਤਾ ਜਿੱਥੇ ਉਹਦਾ ਜਨਮ ਹੋਇਆ ਸੀ, ਪੰਜਾਬ ਦੀ ਧਰਤੀ, ਉੱਥੋਂ ਦੂਰ ਕੀਤਾ ਗਿਆ। ਫਿਰ ਉਹਦੇ ਤੋਂ ਹੌਲੀ ਹੌਲੀ ਜਿਹੜੀ ਮਾਂ ਬੋਲੀ ਸੀ ਪੰਜਾਬੀ ਗੁਰਮੁਖੀ ਲਿਪੀ, ਉਹਦੇ ਤੋਂ ਵੀ ਜਿਹੜਾ ਦੂਰ ਕਰ ਦਿੱਤਾ ਗਿਆ। ਸੋ ਇਸ ਤਰੀਕੇ ਨਾਲ ਹੁਣ ਜਿਹੜੀ ਮਹਾਰਾਜਾ ਦਲੀਪ ਸਿੰਘ ਜੀ ਨੂੰ ਜਿਹੜਾ ਉਹਦੇ ਦੇਸ਼ ਤੋਂ ਦੂਰ ਲਿਜਾਣ ਦੀ ਤਿਆਰੀ ਸ਼ੁਰੂ ਹੋਈ ਹੈ। ਹੁਕਮ ਇਹ ਆਇਆ ਸੀ ਅੰਗਰੇਜ਼ੀ ਸਰਕਾਰ ਵੱਲੋਂ ਕਿ 21 ਦਸੰਬਰ 1849 ਈਸਵੀ ਨੂੰ ਸਵੇਰੇ 7 ਵਜੇ ਮਹਾਰਾਜੇ ਨੂੰ ਲਾਹੌਰ ਦੇ ਵਿੱਚੋਂ ਕੱਢਿਆ ਜਾਵੇ, ਭਾਵ ਕਿ ਉਹਨਾਂ ਨੂੰ ਇੱਥੋਂ ਤੋਰਿਆ ਜਾਵੇ ਤੇ ਕਿਸੇ ਹੋਰ ਜਗ੍ਹਾ ਤੇ ਜਿਹੜਾ ਸ਼ਿਫਟ ਕਰ ਦਿੱਤਾ ਜਾਵੇ। 21 ਦਸੰਬਰ ਨੂੰ ਸਵੇਰੇ ਮਹਾਰਾਜਾ ਉੱਠਿਆ। ਦੇਖੋ, ਇਹ ਆਖਰੀ ਸਵੇਰ ਹੈ ਉਹਨਾਂ ਦੀ, ਇਹ ਆਖਰੀ ਉਹ ਸਮਾਂ ਜਿਹੜਾ ਉਹਨਾਂ ਨੇ ਆਪਣੀ ਧਰਤੀ ਤੇ ਲਾਹੌਰ ਵਿੱਚ ਜਾਂ ਆਪਣੇ ਪੰਜਾਬ ਵਿੱਚ, ਆਪਣੇ ਵਤਨ, ਆਪਣੇ ਦੇਸ਼ ਵਿੱਚ ਬਤੀਤ ਕੀਤਾ। 21 ਦਸੰਬਰ ਨੂੰ ਮਹਾਰਾਜਾ ਦਲੀਪ ਸਿੰਘ ਸਵੇਰੇ ਉੱਠੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅੱਜ ਇੱਥੋਂ ਜਿਹੜਾ ਉਹ ਤਿਆਰੀ ਹੋ ਗਈ ਹੈ ਜਾਣ ਦੀ। ਪਤਾ ਨਹੀਂ ਦੁਬਾਰਾ ਇੱਥੇ ਵਾਪਸ ਆਉਣਾ ਵੀ ਹੈ ਜਾਂ ਨਹੀਂ। ਆਖਰੀ ਵਾਰ ਆਪਣੇ ਪਿਤਾ ਸ਼ੇਰੇ ਪੰਜਾਬ ਦੀ ਸਮਾਧ ਉੱਤੇ ਮਹਾਰਾਜਾ ਦਲੀਪ ਸਿੰਘ ਜੀ ਗਏ। ਸਵਰਗਵਾਸੀ ਦੇ ਪੈਰਾਂ ਵੱਲ ਬੈਠ ਕੇ ਚੋਖਾ ਚਿਰ ਮਹਾਰਾਜਾ ਦਲੀਪ ਸਿੰਘ ਹੋ ਕੇ ਪਰਤਾ ਰਿਹਾ।
ਦਲੀਪ ਸਿੰਘ ਦੀ ਚੁੱਪ ਸੀ, ਪਰ ਉਹਦੀ ਚੁੱਪ ਵਿੱਚੋਂ ਵੀ ਅਨੇਕਾਂ ਕੀਰਨਿਆਂ ਦੀ ਆਵਾਜ਼ ਆ ਰਹੀ ਸੀ। ये फुरमाने जुबां भी बंदी बजा, बिल्कुल बजा, लेकिन खामोशी भी लबे फरियाद बनकर बोल सकती है। क्योंकि खामोशी दी, चुप दी भी एक अपनी भाषा हुंदी है। ਉਹਦੇ ਮੂੰਹੋਂ ਕੋਈ ਆਵਾਜ਼ ਤਾਂ ਨਹੀਂ ਸੀ ਨਿਕਲ ਰਹੀ, ਪਰ ਉਹਦੀਆਂ ਆਹੀ ਕੰਧਾਂ ਵਿੱਚੋਂ ਫੁੱਟ-ਫੁੱਟ ਕੇ ਨਿਕਲ ਰਹੀਆਂ ਸਨ। ਪਿਤਾ ਦਾ ਸੱਥਰ ਮੱਲ ਬੈਠਣਾ ਵੀ ਵਧੇਰੇ ਚਿਰ ਨਸੀਬ ਨਾ ਹੋਇਆ ਤੇ ਤਿਆਰੀ ਦਾ ਹੁਕਮ ਆ ਗਿਆ। ਹਰ ਤਰ੍ਹਾਂ ਦੀ ਤਿਆਰੀ ਹੋ ਜਾਣ ਤੇ ਸਵੇਰੇ 9 ਵਜੇ ਮਹਾਰਾਜਾ ਦਲੀਪ ਸਿੰਘ ਲਾਗਣ ਦੀ ਰਾਖੀ ਵਿੱਚ ਲਾਹੌਰੋਂ ਨਿਕਲਿਆ। ਕਿਹੜਾ ਉਹ ਚੰਦਰਾ ਸਮਾਂ ਸੀ ਜਦ ਖਾਲਸਾ ਰਾਜ ਦਾ ਉਹ ਆਖਰੀ ਵਾਰਸ ਮਹਾਰਾਜਾ ਦਲੀਪ ਸਿੰਘ ਜਦ ਲੇਖਾਂ ਦੇ ਬਲੀ ਮਹਾਰਾਜੇ ਨੇ ਘਰੋਂ ਬਾਹਰ ਪੈਰ ਕੱਢਿਆ ਔਰ दोबारा कदे पा ना सकिया। कैसी गड़ी थी घर से जो निकला था वो गरीब, फिर देखना नसीब ना उसको वतन हुआ। जिमें उर्दू दे शायर ने एक दर्द बयान किया अपने शेर विच, और इसे तरह का दर्द ही महाराजा दलीप सिंह अपने अंतले साहां तक लैके अंदर घूमते रहे। सो महाराजा दलीप सिंह जी लाहौर तो लागण दे नाल कुछ उन्हां नाल सिपाही ने ਉਹ ਤੁਰੇ ਨੇ। महाराजा दलीप सिंह शिवदेव सिंह महाराजा शेर सिंह ਦਾ ਪੁੱਤਰ ਤੇ ਉਸ ਦੀ ਮਾਤਾ ਫਿਰੋਜ਼ਪੁਰ ਨੂੰ ਜਾ ਰਹੇ ਨੇ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ ਅੱਜ ਛੱਡਿਆ, ਭਾਵ ਕਿ ਲਾਹੌਰ 'ਚ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਯਾਦਗਾਰ ਸਥਾਨ ਹੈ, ਉਹਨੂੰ ਛੱਡਿਆ, ਪਰ ਮੁੜ ਕੇ ਵੇਖਣਾ ਨਸੀਬ ਨਹੀਂ ਹੋਇਆ। ਸਦਾ ਵਾਸਤੇ ਜਾ ਰਹੇ ਆਪਣੇ ਮਹਾਰਾਜ ਨੂੰ ਪੰਜਾਬ ਦੀ ਪਵਿੱਤਰ ਮਿੱਟੀ ਦੇ ਜ਼ਰਰੇ ਆਪਣਾ ਆਉਣ ਵਾਲਾ ਦੁੱਖ ਸੁਣਾਉਣ ਵਾਸਤੇ ਉੱਡ ਉੱਡ ਕੇ ਮਿਲ ਰਹੇ ਸਨ। 23 ਦਸੰਬਰ ਨੂੰ ਮਹਾਰਾਜ ਸਰਕਾਰ ਵੱਲੋਂ ਲਾਗਣ ਨੂੰ ਫਿਰ ਹੁਕਮ ਪੁੱਜਾ ਕਿ ਸਾਰੀ ਰਖਵਾਲੀ ਫੌਜ ਮਹਾਰਾਜੇ ਦੇ ਨਾਲ ਰਿਹਾ ਕਰੇ। ਜਮਨਾ ਪਾਰ ਹੋਣ ਤੱਕ ਰੋਜ਼ਾਨਾ ਹਾਲ ਭੇਜਦੇ ਰਹੋ ਤੇ ਫਿਰ ਹਫ਼ਤੇ ਪਿੱਛੋਂ ਜਦ ਤੱਕ ਫਤਿਹਗੜ੍ਹ ਨਾ ਪਹੁੰਚ ਜਾਓ। ਫਤਿਹਗੜ੍ਹ ਇੱਕ ਉਹ ਸ਼ਹਿਰ ਜਿਹੜਾ ਉਸ ਵੇਲੇ ਯੂਪੀ ਦੇ ਵਿੱਚ ਸੀ। ਇਸ ਦਿਨ ਫਿਰੋਜ਼ਪੁਰ, ਲੁਧਿਆਣਾ ਤੇ ਅੰਬਾਲਾ ਦੇ ਕਮਿਸ਼ਨਰਾਂ ਨੂੰ ਤੇ ਸਹਾਰਨਪੁਰ, ਮੁਜ਼ੱਫਰਨਗਰ, ਬੁਲੰਦ ਸ਼ਹਿਰ ਤੇ ਮੈਜਿਸਟ੍ਰੇਟਾਂ ਨੂੰ ਵੀ ਸਰਕਾਰੀ ਹੁਕਮ ਪਹੁੰਚੇ ਕਿ ਉਹ ਆਪੋ ਆਪਣੀ ਥਾਵਾਂ ਤੇ ਮਹਾਰਾਜੇ ਦੇ ਡੇਰੇ ਦੀ ਰਾਖੀ ਕਰਨ। ਇਹ ਵੀ ਹੁਕਮ ਸੀ ਕਿ ਰਾਹ ਵਿੱਚ ਆਮ ਲੋਕਾਂ ਨੂੰ ਮਹਾਰਾਜੇ ਨੂੰ ਮਿਲਣ ਦੀ ਜਾਂ ਉਸ ਦਾ ਸਵਾਗਤ ਕਰਨ ਦੀ ਆਗਿਆ ਨਾ ਦਿੱਤੀ ਜਾਏ। ਜੀਵਨ ਖੇਡ ਵਿੱਚ ਹਾਰੇ ਹੋਏ ਰਾਹੀ ਵਾਂਗ ਦਲੀਪ ਸਿੰਘ ਫਤਿਹਗੜ੍ਹ ਨੂੰ ਜਾ ਰਿਹਾ ਸੀ। ਇਹ ਫਤਿਹਗੜ੍ਹ ਸਾਹਿਬ ਪੰਜਾਬ ਵਾਲਾ ਨਹੀਂ, ਇਹ ਫਤਿਹਗੜ੍ਹ ਕੋਈ ਯੂਪੀ ਦੇ ਵਿੱਚ ਉਸ ਵੇਲੇ ਕਿਸੇ ਸ਼ਹਿਰ ਦਾ ਨਾਮ ਸੀ, ਔਰ ਇਹ ਪੱਕਾ ਹੋ ਚੁੱਕਿਆ ਸੀ ਕਿ ਮਹਾਰਾਜੇ ਵਿੱਚੋਂ ਸਿੱਖੀ ਬਿਲਕੁਲ ਕੱਢ ਦਿੱਤੀ ਜਾਵੇ। ਲਾਹੌਰੋਂ ਤੁਰਨ ਲੱਗਿਆਂ ਇਸ ਗੱਲ ਦਾ ਖਿਆਲ ਰੱਖਿਆ ਗਿਆ ਸੀ। ਲਾਗਣ ਲਿਖਦਾ ਹੈ ਕਿ ਲਾਹੌਰੋਂ ਤੁਰਨ ਵੇਲੇ ਮਹਾਰਾਜੇ ਨਾਲੋਂ ਬਹੁਤ ਸਾਰੇ ਸਿੱਖ ਹਟਾ ਦਿੱਤੇ ਗਏ ਤੇ ਜਲੂਸ ਨਾਲ ਆਮ ਮੁਸਲਮਾਨ ਰੱਖੇ ਗਏ। ਸਿੱਖ ਗ੍ਰੰਥੀ ਤੇ ਪੰਡਤ ਜੋ ਹਰ ਵੇਲੇ ਮਹਾਰਾਜੇ ਕੋਲ ਰਹਿੰਦੇ ਸੀ, ਲਾਹੌਰ ਹੀ ਛੱਡ ਦਿੱਤੇ ਗਏ। ਨਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਾਲ ਲਈ ਤੇ ਨਾ ਕੋਈ ਗ੍ਰੰਥੀ। ਇੱਕ ਪ੍ਰੋਹਤ 6 ਮਹੀਨੇ ਵਾਸਤੇ ਨਾਲ ਲੈ ਲਿਆ ਗਿਆ। ਫਤਿਹਗੜ੍ਹ ਪੁੱਜਣ ਤੇ ਮਹਾਰਾਜੇ ਦਾ ਪੁਰਾਣਾ ਨੌਕਰ ਮੁਸਲਮਾਨ ਮੀਆਂ ਕਾਇਮ ਕਰੀਮ ਬਖਸ਼ ਜਿਹਦਾ ਇੱਕ ਨਾਮ ਸੀ, ਹਟਾ ਦਿੱਤਾ ਗਿਆ ਤੇ ਉਸ ਦੀ ਥਾਂ ਤੇ ਇੱਕ ਜਵਾਨ ਪੰਡਤ ਭਜਨ ਲਾਲ ਜੋ ਫਰੂਖਾਬਾਦ ਅਮਰੀਕਨ ਮਿਸ਼ਨ ਸਕੂਲ ਵਿੱਚ ਪੜ੍ਹਿਆ ਸੀ, ਰੱਖ ਲਿਆ ਗਿਆ। ਉਸ ਨੂੰ ਹਰ ਵੇਲੇ ਮਹਾਰਾਜੇ ਕੋਲ ਰੱਖਿਆ ਜਾਂਦਾ। ਜੇ ਇੱਥੋਂ ਤੱਕ ਯਤਨ ਹੋ ਰਹੇ ਸਨ ਤੇ ਫਿਰ ਸਿੱਖੀ ਕਿੰਨਾ ਕੁ ਚਿਰ ਨਾਲ ਰਹਿ ਸਕਦੀ ਸੀ। ਪੰਜਾਬੀ ਵਿੱਦਿਆ, ਗੁਰ ਇਤਿਹਾਸ, ਗੁਰਬਾਣੀ ਦੇ ਸੁਪਨੇ ਵੀ ਬੰਦ ਕਰ ਦਿੱਤੇ। ਹਾਂ, ਅੰਗਰੇਜ਼ੀ ਵਿੱਦਿਆ ਤੇ ਚੱਲਣ ਦਾ ਪ੍ਰਚਾਰ ਦਿਨੋਂ ਦਿਨ ਮਹਾਰਾਜਾ ਦਲੀਪ ਸਿੰਘ ਦੇ ਆਲੇ ਦੁਆਲੇ ਵੱਧਦਾ ਜਾ ਰਿਹਾ ਸੀ। ਫਤਿਹਗੜ੍ਹ ਗੰਗਾ ਦੇ ਕਿਨਾਰੇ ਦੋਹੀ ਪਾਸੀ ਫੌਜੀ ਚੌਕੀਆਂ ਦੇ ਵਿੱਚ ਘਿਰਿਆ ਹੋਇਆ ਸੀ। ਘਰ ਦੇ 4 ਚੁਫੇਰੇ ਦਿਨੇ ਰਾਤ ਸਿਪਾਹੀ ਪਹਿਰੇ ਤੇ ਲੱਗੇ ਰਹਿੰਦੇ ਸਨ। ਪੱਕੀ ਛਾਉਣੀ ਦਲੀਪ ਸਿੰਘ ਦੇ ਘਰ ਤੋਂ 3 ਮੀਲ ਦੀ ਦੂਰੀ ਤੇ ਸੀ। ਲਾਗਣ ਨੇ ਉਦਾਲੇ ਦੇ ਕੁਝ ਬੰਗਲੇ ਖਰੀਦ ਕੇ ਮਹਾਰਾਜੇ ਵਾਸਤੇ ਨਵਾਂ ਵੱਡਾ ਘਰ ਬਣਵਾਇਆ। ਪੁਰਾਣੇ ਪੰਜਾਬੀ ਨੌਕਰ ਜੋ ਥੋੜੇ ਬਹੁਤੇ ਨਾਲ ਆਏ ਸੀ ਲਾਹੌਰ ਤੋਂ ਵੀ ਹਟਾ ਦਿੱਤੇ ਗਏ ਤੇ ਉਹਨਾਂ ਦੀ ਥਾਂ ਤੇ ਨਵੇਂ ਆਦਮੀ ਰੱਖ ਲਏ ਗਏ। 250 ਰੁਪਏ ਮਹੀਨੇ ਤੇ ਗਾਈਜ ਰੱਖਿਆ ਗਿਆ। ਬਾਰਲੂ ਦੀ ਥਾਂ ਤੇ ਇੱਕ ਹੋਰ ਅੰਗਰੇਜ਼ ਰੱਖ ਲਿਆ। ਬੱਗੀ ਦਾ ਕੋਚਵਾਨ ਇੱਕ ਅੰਗਰੇਜ਼ 150 ਰੁਪਏ ਮਹੀਨੇ ਤੇ ਰੱਖ ਲਿਆ। ਮੁੱਕਦੀ ਗੱਲ ਕਿ ਚੁਫੇਰੇ ਆਪਣੇ ਇਤਬਾਰੀ ਤੇ ਈਸਾਈ ਖਿਆਲਾਂ ਦੇ ਨੌਕਰ ਲਾ ਦਿੱਤੇ ਗਏ। ਇੱਥੇ ਮਹਾਰਾਜੇ ਕੋਲ 300-400 ਨੌਕਰ, 3-4 ਬੱਗੀਆਂ, 20-30 ਘੋੜੇ ਤੇ 5-6 ਹਾਥੀ ਸਨ। ਸਵੇਰੇ ਸ਼ਾਮ ਰੋਜ਼ ਮਹਾਰਾਜਾ ਸੈਰ ਕਰਨ ਜਾਇਆ ਕਰਦਾ ਸੀ। ਕਦੇ 4 ਅਰਬੀ ਘੋੜਿਆਂ ਦੀ ਬੱਗੀ
ਅੰਗਰੇਜ਼ ਕੋਚਵਾਨ ਵਾਲੀ ਹੁੰਦੀ, ਕਦੇ ਚਾਂਦੀ ਦੇ ਹੌਦੇ ਵਾਲਾ ਹਾਥੀ, ਕਦੇ ਵਧੀਆ ਘੋੜਾ। ਮਹਾਰਾਜਾ ਘੋੜੇ ਦਾ ਚੰਗਾ ਸਵਾਰ ਸੀ। ਉਸ ਦੇ ਨਾਲ ਸ਼ਹਿਜ਼ਾਦਾ ਸ਼ਿਵਦੇਵ ਸਿੰਘ ਤੇ ਕੁਝ ਅੰਗਰੇਜ਼ ਮਿੱਤਰ ਵੀ ਹੁੰਦੇ ਸਨ। ਹਰ ਵੇਲੇ ਲਾਗਨ ਜਾਂ ਗਾਈਜ਼ ਨਾਲ ਰਹਿੰਦੇ ਤੇ ਰਾਖੀ ਵਾਸਤੇ ਗਵਰਨਰ ਜਨਰਲ ਤੇ ਇਤਬਾਰੀ 25 ਸਿਪਾਹੀ ਤੇ ਅਫਸਰ ਵੀ ਹੁੰਦੇ। ਅਸਲ ਵਿੱਚ ਮਹਾਰਾਜਾ ਇੱਥੇ ਕੈਦੀ ਸੀ। ਲਾਗਨ ਦਾ ਦਲੀਪ ਸਿੰਘ ਤੇ ਕਿੰਨਾ ਸਖਤ ਕਾਬੂ ਸੀ, ਇਸ ਛੋਟੀ ਜੀ ਘਟਨਾ ਤੋਂ ਪਤਾ ਲੱਗ ਜਾਏਗਾ, ਜੋ ਲਾਗਨ ਨੇ 16 ਜੁਲਾਈ 1850 ਦੀ ਚਿੱਠੀ ਵਿੱਚ ਲਿਖੀ ਹੈ। ਇੱਕ ਦਿਨ ਮਹਾਰਾਜਾ ਮੀਂਹ ਵਰਦੇ ਵਿੱਚ ਬਾਗ ਵਿੱਚ ਭਿੱਜ ਗਿਆ। ਲਾਗਨ ਨੇ ਉਸ ਨੂੰ ਭਿੱਜੇ ਹੋਏ ਕੱਪੜੇ ਉਤਾਰਨ ਵਾਸਤੇ ਕਿਹਾ ਤਾਂ ਉਹਨੇ ਅੱਗੋਂ ਇਨਕਾਰ ਕਰ ਦਿੱਤਾ। ਲਾਗਨ ਨੇ ਮਹਾਰਾਜੇ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਅੱਧਾ ਘੰਟਾ ਵਕਤ ਸੋਚਣ ਵਾਸਤੇ ਦਿੱਤਾ। ਕੁਝ ਮਿੰਟਾਂ ਪਿੱਛੋਂ ਹੀ ਉਹ ਹਉਕੇ ਭਰਦਾ ਲਾਗਨ ਕੋਲ ਗਿਆ ਤੇ ਕਿਹਾ, ਐਦਨਾਮੇ ਅਨੁਸਾਰ ਮੈਂ ਜਿਵੇਂ ਚਾਹਾਂ ਕਰ ਸਕਦਾ ਹਾਂ, ਭਾਵ ਕਿ ਜਿਹੜਾ ਮੇਰਾ ਤੁਹਾਡੇ ਨਾਲ ਪਹਿਲਾਂ ਇਕਰਾਰਨਾਮਾ ਹੋਇਆ ਸੀ ਉਹਦੇ ਵਿੱਚ ਤੇ ਜ਼ਿਕਰ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਕੁਝ ਕਰ ਸਕਦਾ ਹਾਂ। ਤੇ ਅੱਗੋਂ ਲਾਗਨ ਨੇ ਮਹਾਰਾਜਾ ਦਲੀਪ ਸਿੰਘ ਨੂੰ ਤਾੜਨਾ ਕਰਦਿਆਂ ਕਿਹਾ ਕਿ ਐਦਨਾਮੇ ਵਿੱਚ ਕੋਈ ਅਜਿਹੀ ਸ਼ਰਤ ਨਹੀਂ, ਮੈਨੂੰ ਤੇਰੇ ਉੱਤੇ ਹਾਕਮ ਲਾਇਆ ਗਿਆ ਹੈ ਤੇ ਇਸ ਵੇਲੇ ਮੈਂ ਹੀ ਤੇਰਾ ਮਾਂ-ਬਾਪ ਹਾਂ। ਮੈਂ ਹੀ ਸੋਚ ਸਕਦਾ ਹਾਂ ਕਿ ਤੇਰੀ ਭਲਾਈ ਕਿਸ ਕੰਮ ਵਿੱਚ ਹੈ। ਉਸ ਤੋਂ ਪਿੱਛੋਂ ਦਲੀਪ ਸਿੰਘ ਬੜਾ ਆਗਿਆਕਾਰ ਬਣ ਗਿਆ, ਭਾਵ ਕਿ ਮਹਾਰਾਜਾ ਦਲੀਪ ਸਿੰਘ ਨੂੰ ਇੱਕ ਕੈਦੀ ਬਣਾ ਕੇ ਰੱਖਿਆ ਗਿਆ। ਹਰ ਕੰਮ, ਹਰ ਚੀਜ਼, ਹਰ ਇੱਕ ਕਦਮ ਵੀ ਮਹਾਰਾਜਾ ਦਲੀਪ ਸਿੰਘ ਡਾਕਟਰ ਲਾਗਣ ਤੋਂ ਬਿਨਾਂ ਜਿਹੜਾ ਉਹ ਨਹੀਂ ਪੁੱਟ ਸਕਦੇ ਸੀ। ਮਹਾਰਾਜਾ ਦਲੀਪ ਸਿੰਘ ਜੀ ਨੂੰ ਗੁਰਮੁਖੀ ਤੋਂ, ਪੰਜਾਬੀ ਤੋਂ ਤਾਂ ਪਹਿਲਾਂ ਹੀ ਦੂਰ ਕਰ ਦਿੱਤਾ ਗਿਆ। ਗ੍ਰੰਥੀ ਵੀ ਨਾਲੋਂ ਹਟਾ ਦਿੱਤੇ ਗਏ, ਜਿਹੜੇ ਪੰਜਾਬੀ ਨੌਕਰ ਸਨ ਉਹ ਵੀ ਹਟਾ ਦਿੱਤੇ ਗਏ। ਤੇ ਹੁਣ ਉਹ ਦਿਨ ਆਇਆ ਜਿਸ ਦਿਨ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਦਿੱਤਾ ਗਿਆ। ਉਸ ਵੇਲੇ ਮਹਾਰਾਜਾ ਦਲੀਪ ਸਿੰਘ ਦੀ ਉਮਰ 14 ਸਾਲ 6 ਮਹੀਨੇ ਤੇ 4 ਦਿਨ ਸੀ। ਸੋ ਹੁਣ ਈਸਾਈ ਬਣਾਉਣ ਤੋਂ ਬਾਅਦ ਜਿਹੜੀ ਅਗਲੀ ਤਿਆਰੀ ਸ਼ੁਰੂ ਹੋਈ ਉਹ ਸੀ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਦੇਸ਼ ਤੋਂ ਵਲਾਇਤ ਵੱਲ ਲੈ ਕੇ ਜਾਣਾ, ਭਾਵ ਕਿ ਪੰਜਾਬ ਦੀ ਧਰਤੀ ਤੋਂ ਪਹਿਲਾਂ ਕੱਢ ਕੇ ਜਿਹੜਾ ਕਾਫੀ ਦੂਰ ਇਸ ਫਤਿਹਗੜ੍ਹ ਨਾਮ ਦੇ ਸ਼ਹਿਰ ਵਿੱਚ ਲਿਆਂਦਾ ਗਿਆ। ਔਰ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਵਲਾਇਤ ਭਾਵ ਕਿ ਇੰਗਲੈਂਡ ਵੱਲ ਜਾਣ ਦੀ ਤਿਆਰੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਕੋਰਟ ਆਫ ਡਾਇਰੈਕਟਰਸ ਦੇ ਵੱਲੋਂ ਮਹਾਰਾਜੇ ਨੂੰ ਵਲਾਇਤ ਜਾਣ ਦੀ ਆਗਿਆ ਮਿਲ ਗਈ, ਜਿਸ ਦੀ ਖਬਰ ਡਲਹੌਜੀ ਨੇ 31 ਜਨਵਰੀ 1854 ਈਸਵੀ ਨੂੰ ਦਿੱਤੀ ਕਿ ਮੇਰੇ ਪਿਆਰੇ ਮਹਾਰਾਜਾ, ਮੈਂ ਆਪ ਨੂੰ ਦੱਸਣ ਵਿੱਚ ਬੜਾ ਖੁਸ਼ ਹਾਂ ਕਿ ਹੁਣੇ ਕੋਰਟ ਵੱਲੋਂ ਆਪਣੇ ਵਲਾਇਤ ਜਾਣ ਦਾ ਆਗਿਆ ਪੱਤਰ ਮੈਨੂੰ ਮਿਲਿਆ ਹੈ। ਇਸ ਭਰੋਸੇ ਕਿ ਆਪ ਨੂੰ ਇਹ ਖਬਰ ਬੜੀ ਪ੍ਰਸੰਨਤਾ ਬਖਸ਼ੇਗੀ, ਮੈਂ ਬੜੀ ਛੇਤੀ ਆਪਣੇ ਹੱਥੀਂ ਭੇਜ ਰਿਹਾ ਹਾਂ। ਹੋਰ ਲਿਖਣ ਦੀ ਲੋੜ ਨਹੀਂ, ਮੈਨੂੰ ਯਕੀਨ ਹੈ ਕਿ ਮੈਂ ਇੱਕ ਵਾਰ ਮਹਾਰਾਜੇ ਦੇ ਫਿਰ ਦਰਸ਼ਨ ਕਰਨ ਦੀ ਖੁਸ਼ੀ ਪ੍ਰਾਪਤ ਕਰਾਂਗਾ। ਸੋ ਇਸ ਤਰ੍ਹਾਂ ਮਹਾਰਾਜਾ ਦਲੀਪ ਸਿੰਘ, ਸ਼ਹਿਜ਼ਾਦਾ ਸ਼ਿਵਦੇਵ ਸਿੰਘ ਜੋ ਮਹਾਰਾਜਾ ਸ਼ੇਰ ਸਿੰਘ ਦਾ ਲੜਕਾ ਸੀ, ਡਾਕਟਰ ਲਾਗਣ, ਲੇਡੀ ਲਾਗਣ ਤੇ ਕੁਝ ਹੋਰ ਨੌਕਰ ਮਾਰਚ 1854 ਈਸਵੀ ਨੂੰ ਫਤਿਹਗੜ੍ਹ ਤੋਂ ਰਵਾਨਾ ਹੋਏ। ਕਾਨਪੁਰ ਤੋਂ ਹੁੰਦੇ ਹੋਏ ਲਖਨਊ ਪੁੱਜੇ ਤੇ ਅੱਗੇ ਫਿਰ ਬਨਾਰਸ ਵਿੱਚ ਜਿਹੜਾ ਕੁਝ ਦਿਨ ਰਹੇ। ਮਹਾਰਾਜਾ ਸ਼ੇਰ ਸਿੰਘ ਦੀ ਰਾਣੀ ਸ਼ਿਵਦੇਵ ਸਿੰਘ ਨੂੰ ਵਲਾਇਤ ਨਾ ਭੇਜਣ ਬਾਰੇ ਬੇਨਤੀਆਂ ਕਰਦੀ ਆ ਰਹੀ ਸੀ ਔਰ ਉਸਨੇ ਆਪਣੇ ਚਾਚੇ ਮੀਆਂ ਮਲਕ ਨੂੰ ਕਲਕੱਤੇ ਲਾਰਡ ਡਲਹੌਜੀ ਪਾਸ ਬੇਨਤੀ ਕਰਨ ਵਾਸਤੇ ਭੇਜਿਆ। ਅੰਤ ਰਾਣੀ ਦੇ ਇੰਨੇ ਯਤਨ ਕਰਨ ਤੇ ਸ਼ਹਿਜ਼ਾਦਾ ਸ਼ਿਵਦੇਵ ਸਿੰਘ ਵਲਾਇਤ ਨਾ ਭੇਜਿਆ ਗਿਆ ਤੇ ਕਲਕੱਤੇੋਂ ਵਾਪਸ ਮੋੜ ਦਿੱਤਾ ਗਿਆ। ਅਗਲੇ ਦਿਨ 19 ਅਪ੍ਰੈਲ 1854 ਨੂੰ ਮਹਾਰਾਜਾ ਦਲੀਪ ਸਿੰਘ ਆਪਣੇ ਸਾਥੀਆਂ ਸਣੇ ਵਲਾਇਤ ਜਾਣ ਵਾਸਤੇ ਕਲਕੱਤੇ ਤੋਂ ਸਮੁੰਦਰੀ ਜਹਾਜ਼ ਉੱਤੇ ਸਵਾਰ ਹੋ ਗਏ। ਅੱਜ ਦੀ ਜਿਹੜੀ ਇਹ ਵੀਡੀਓ ਸੀ ਜੋ ਮਹਾਰਾਜਾ ਦਲੀਪ ਸਿੰਘ ਦੀ ਜੀਵਨੀ ਬਾਰੇ, ਇਹ ਪਾਰਟ 1 ਜੋ ਵੀਡੀਓ ਹੈ, ਇਹਦੇ ਵਿੱਚ ਅਸੀਂ ਇੱਥੋਂ ਤੱਕ ਮਹਾਰਾਜੇ ਦਲੀਪ ਸਿੰਘ ਦੇ ਜੀਵਨ ਨੂੰ ਵਿਚਾਰਨ ਦਾ ਯਤਨ ਕੀਤਾ ਕਿ ਕਿਵੇਂ ਉਹਨਾਂ ਨੂੰ ਹੌਲੀ ਹੌਲੀ ਉਹਨਾਂ ਦੀ ਮਾਤਾ ਤੋਂ, ਫਿਰ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਤੋਂ, ਫਿਰ ਉਹਨਾਂ ਨੂੰ ਉਹਨਾਂ ਦੀ ਜਨਮ ਭੂਮੀ ਤੋਂ ਵੀ ਦੂਰ ਕਰ ਦਿੱਤਾ ਗਿਆ ਔਰ ਕਿਵੇਂ ਉਹਨਾਂ ਦੇ ਧਰਮ ਨੂੰ ਵੀ ਬਦਲ ਦਿੱਤਾ ਗਿਆ। ਮਹਾਰਾਜਾ ਦਲੀਪ ਸਿੰਘ ਕਿਵੇਂ ਅੱਗੇ ਵਲਾਇਤ ਵਿੱਚ ਜਾਂਦੇ ਨੇ ਔਰ ਫਿਰ ਕਿਵੇਂ ਉਹਨਾਂ ਦਾ ਅੱਗੇ ਸੰਘਰਸ਼ਮਈ ਜੀਵਨ ਸ਼ੁਰੂ ਹੁੰਦਾ ਹੈ, ਉਹ ਸੀ ਨੈਕਸਟ ਪਾਰਟ ਜੋ ਅਗਲਾ ਪਾਰਟ ਹੋਏਗਾ ਇਸ ਵੀਡੀਓ ਦਾ, ਉਹਦੇ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਸੋ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਤਾਂ ਕਿ ਇਸ ਤਰ੍ਹਾਂ ਦੀਆਂ ਇਤਿਹਾਸਕ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।